Hello everyone, welcome to the session. Actually क्लास च ਆਪਾਂ पढ़न जा रहे हैं पंजाब स्कूल एजुकेशन बोर्ड ਦੀ 10ਵੀਂ क्लास ਦੀ किताब वेलकम लाइफ स्वागत जिंदगी ਤੇ ਉਹਦਾ ਚੌਥਾ ਚੈਪਟਰ ਐਮਪੈਥੀ ਬਾਰੇ ਅੱਜ ਆਪਾਂ ਇਹਦਾ ਸੀ ਪਾਰਟ ਪੜਾਂਗੇ ਹਾਊ ਟੂ ਟੈਕਲ ਸੈਂਸਿਟਿਵ ਇਸ਼ੂਜ਼। ਬਾਕੀ ਦੇ ਜਿਹੜੇ ਪਾਰਟਸ ਹੈਗੇ ਨੇ ਉਹ ਆਲਰੇਡੀ ਮੈਂ ਪਲੇਲਿਸਟ ਦੇ ਵਿੱਚ ਅਪਲੋਡ ਕੀਤੇ ਗਏ ਨੇ। ਕਹਿਣ ਦਾ ਮਤਲਬ ਵੀ ਜਿਹੜੇ बहुत ज़्यादा किसी ਨੂੰ ਇਮੋਸ਼ਨਲ ਕਰਨ ਵਾਲੇ ਇਸ਼ੂ ਹੈਗੇ ਨੇ ਜਿਨ੍ਹਾਂ ਨੂੰ ਸੰਭਾਲ ਕੇ ਮਤਲਬ ਉਹਨਾਂ ਤੇ ਗੱਲ ਕਰਨ ਦੀ ਲੋੜ ਹੈਗੀ ਹੈ, ਉਹਨਾਂ ਨੂੰ ਕਿਵੇਂ ਆਪਾਂ ਟੈਕਲ ਕਰ ਸਕਦੇ ਹਾਂ, ਨਜਿੱਠ ਸਕਦੇ ਹਾਂ ਉਹਨਾਂ ਤੋਂ। ਹੁਣ ਇੱਥੇ ਇੱਕ ਸਿਚੁਏਸ਼ਨ ਦਿਸਦੀ ਹੋਈ ਹੈ, ਚਲੋ ਇਹਨੂੰ ਪੜ੍ਹਦੇ ਹਾਂ। In morning assembly, principal sir was addressing the students. ਸਵੇਰ ਦੀ ਸਭਾ ਸੀ ਤੇ ਪ੍ਰਿੰਸੀਪਲ ਸਾਹਿਬ ਜਿਹੜੇ ਹੈਗੇ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰ ਰਹੇ ਸੀ। He said, dear students, ਉਹਨਾਂ ਨੇ ਕਿਹਾ ਪਿਆਰੇ ਵਿਦਿਆਰਥੀਓ, you are the future of our society. ਵੀ ਤੁਸੀਂ ਸਾਡੇ ਸਮਾਜ ਦਾ ਭਵਿੱਖ ਹੋ। Tomorrow the command of our society will be in your hands, so let us understand and try to manage our responsibilities. ਵੀ ਕੱਲ ਸਾਡੇ ਸਮਾਜ ਦੀ ਜਿਹੜੀ ਕਮਾਨ ਹੈਗੀ ਉਹ ਤੁਹਾਡੇ ਹੱਥਾਂ ਵਿੱਚ ਹੋਏਗੀ, ਇਸ ਲਈ ਆਓ ਆਪਾਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝੀਏ ਤੇ ਨਿਭਾਉਣ ਦੀ ਕੋਸ਼ਿਸ਼ ਵੀ ਕਰੀਏ। You need to be responsible right now. ਹੁਣ ਤੁਹਾਨੂੰ ਕੋਸ਼ਿਸ਼ ਕਰਨੀ ਪਏਗੀ ਵੀ ਤੁਸੀਂ ਜ਼ਿੰਮੇਵਾਰ ਬਣੋ। Students, raise your hands who consider themselves capable of solving their domestic and personal problems. ਫਿਰ ਉਹ ਕਹਿੰਦੇ ਵੀ ਬੱਚਿਓ ਤੁਸੀਂ ਹੱਥ ਖੜੇ ਕਰੋ, ਹੱਥ ਚੱਕੋ ਜੋ ਬੱਚੇ ਆਪਣੇ ਆਪ ਨੂੰ ਆਪਣੇ ਘਰੇਲੂ ਡੋਮੈਸਟਿਕ ਯਾਨੀ ਘਰੇਲੂ ਤੇ ਆਪਣੇ ਨਿੱਜੀ ਸਮੱਸਿਆਵਾਂ ਦਾ ਹੱਲ ਕਰਨ ਦੇ ਲਈ ਆਪਣੇ ਆਪ ਨੂੰ ਸਮਰਥ ਸਮਝਦੇ ਨੇ। At first, some students hesitated, then 14 students raised their hands. ਪਹਿਲਾਂ ਤਾਂ ਕੁਝ ਵਿਦਿਆਰਥੀ ਥੋੜੇ ਝਿਜਕੇ ਜੇ, ਫਿਰ ਉਸ ਤੋਂ ਬਾਅਦ 14 ਬੱਚਿਆਂ ਨੇ ਆਪਣੇ ਹੱਥ ਚੱਕੇ। So 14 students came to the stage ਤੇ ਉਹ 14 ਦੇ 14 ਜਿਹੜੇ ਹੈਗੇ ਨੇ ਸਟੇਜ ਤੇ ਆਏ। All the other students clapped for them. ਬਾਕੀਆਂ ਨੇ ਉਹਨਾਂ ਲਈ ਤਾੜੀਆਂ ਮਾਰੀਆਂ। After the completion of morning assembly, principal sir and staff members invited those students to the main office and explained them about serious issues. ਤੇ ਸਭਾ ਖਤਮ ਹੋਣ ਤੋਂ ਬਾਅਦ ਟੀਚਰਸ ਤੇ ਪ੍ਰਿੰਸੀਪਲ ਸਾਹਿਬ ਨੇ ਉਹਨਾਂ ਨੂੰ ਆਫਿਸ ਦੇ ਵਿੱਚ ਬੁਲਾਇਆ ਤੇ ਜਿਹੜੇ ਸੀਰੀਅਸ ਇਸ਼ੂਜ਼ ਹੈਗੇ ਨੇ ਹੈਨਾ, ਗੰਭੀਰ ਮੁੱਦੇ ਹੈਗੇ ਨੇ, ਉਹਨਾਂ ਬਾਰੇ ਉਹਨਾਂ ਨੂੰ ਜਾਣਕਾਰੀ ਦਿੱਤੀ। Students were told that it is not easy to handle the sensitive or delicate issues at our own. Mainly these sensitive issues belong to our home, family, personal or any section of society, religion-related talks and language and residential issues. ਵੀ ਫਿਰ ਉਹਨਾਂ ਨੇ ਇਹ ਕਿਹਾ ਵੀ ਬੇਟਾ ਜਿਹੜੇ ਸੈਂਸਿਟਿਵ ਮੁੱਦੇ ਹੁੰਦੇ ਨੇ ਅਕਸਰ ਹੁੰਦਾ ਹੈ ਘਰ ਦੇ ਵਿੱਚ, ਬਾਹਰ ਸਮਾਜ ਦੇ ਵਿੱਚ ਕਿਤੇ ਵੀ ਹੋਣ, ਵੀ ਕਈ ਵਾਰ ਗੱਲਬਾਤ ਕਰਕੇ ਜਾਂ ਰਿਲੀਜੀਅਸ ਕੋਈ ਮੁੱਦਾ ਹੋਏ ਆਪਾਂ ਉਹਨੂੰ ਨਹੀਂ ਨਜਿੱਠ ਸਕਦੇ, ਨਹੀਂ ਸਾਂਭ ਸਕਦੇ, ਠੀਕ ਹੈ। While tackling such issues of vocabulary is very important. ਮਤਲਬ ਜਦ ਆਪਾਂ ਇਹਨਾਂ ਨੂੰ ਸੰਭਾਲਦੇ ਆ ਨਾ ਇਹ ਜੇ ਇਸ਼ੂਜ਼ ਨੂੰ ਤਾਂ ਆਲਰੇਡੀ ਸੈਂਸਿਟਿਵ ਹੈਗੇ ਨੇ, ਕਈ ਵਾਰ ਕੁਝ ਗਲਤ ਬੋਲਿਆ ਜਾਂਦਾ ਹੈ, ਇਸੇ ਕਰਕੇ ਸ਼ਬਦਾਂ ਦਾ ਸਹੀ ਮਾਪ ਤੋਲ ਕਰਕੇ ਫਿਰ ਬੋਲਣਾ ਉਹ ਬਹੁਤ ਜ਼ਰੂਰੀ ਹੁੰਦਾ ਹੈ। Words should be carefully selected. We should be patient. Words ਦਾ ਇਸਤੇਮਾਲ ਧਿਆਨ ਨਾਲ ਕਰਨਾ ਚਾਹੀਦਾ ਤੇ ਸਾਨੂੰ ਵੀ ਆਪਣੇ ਵਿੱਚ ਥੋੜੀ ਪੇਸ਼ੈਂਸ ਧੀਰਜ ਰੱਖਣਾ ਚਾਹੀਦਾ ਹੈ। Calm and sensitive towards such issues ਤੇ ਇਹਨਾਂ ਮੁੱਦਿਆਂ ਪ੍ਰਤੀ ਆਪਣਾ ਸ਼ਾਂਤ ਰਵੱਈਆ ਸੰਵੇਦਨਸ਼ੀਲ ਹੋਣਾ ਪੈਂਦਾ। One student told that there is tension always in their home. ਤੇ ਇੱਕ ਬੱਚਾ ਕਹਿੰਦਾ ਮੇਰੇ ਘਰ ਦੇ ਵਿੱਚ ਹਮੇਸ਼ਾ ਟੈਨਸ਼ਨ ਹੀ ਰਹਿੰਦੀ ਹੈ। Another girl told that in their neighborhood one or two boys are passing wrong comments. They often use cheap language. ਵੀ ਸਾਡੇ ਗਵਾਂਢ ਦੇ ਵਿੱਚ ਕੁਝ ਮੁੰਡੇ ਜਿਹੜੇ ਨੇ ਗਲਤ ਲੈਂਗੁਏਜ ਦਾ ਇਸਤੇਮਾਲ ਕਰਦੇ ਨੇ। Another boy told that some boys used to tease a little boy calling him alien stranger. ਫਿਰ ਇੱਕ ਬੱਚਾ ਮੁੰਡਾ ਜਿਹੜਾ ਉਹ ਕਹਿੰਦਾ ਵੀ ਮੈਂ ਦੇਖਿਆ ਇੱਕ ਛੋਟੇ ਜਿਹੇ ਜਵਾਕ ਨੂੰ ਇੰਨਾ ਤੰਗ ਕਰਦੇ ਨੇ ਵੀ ਤੂੰ ਤਾਂ ਬਾਹਰੋਂ ਆਇਆ, ਏਲੀਅਨ ਹੈ, ਇਦਾਂ ਕਰਦੇ ਨੇ, ਉਹਨੂੰ ਚਿੜਾਉਂਦੇ ਨੇ। Another girl told that there are some objectionable relationships in the people of her street. ਵੀ ਕਈ ਵਾਰ ਗਲਤ ਰਿਸ਼ਤੇ ਬਣੇ ਹੋਏ ਨੇ ਉਹਦੀ ਗਲੀ ਦੇ ਵਿੱਚ ਕੁਝ ਲੋਕਾਂ ਦੇ ਵਿੱਚ। Because of them, there was always a quarrel and fight in their home. ਜਿਹਦੇ ਕਰਕੇ ਕਿਉਂਕਿ ਬਾਹਰ ਰਿਸ਼ਤੇ ਹੋ ਸਕਦੇ ਬਣੇ ਹੋਣ, ਘਰ ਦੇ ਵਿੱਚ ਹਮੇਸ਼ਾ ਕਲੇਸ਼ ਹੀ ਰਹਿੰਦਾ ਹੈ। School counselor Mr. Khushminder Singh briefed the students that now you come to know which type of issues are sensitive and these issues cannot be solved roughly. ਤੇ ਫਿਰ ਜਿਹੜੇ ਕਾਉਂਸਲਰ ਹੈਗੇ ਨੇ ਖੁਸ਼ਮਿੰਦਰ ਸਿੰਘ ਉਹ ਬੱਚਿਆਂ ਨੂੰ ਦੱਸਦੇ ਨੇ ਵੀ ਹੁਣ ਤੁਸੀਂ ਸਹੀ ਰਸਤੇ ਤੇ ਜਾ ਰਹੇ ਹੋ, ਵੀ ਕਿਹੜੇ ਕਿਹੜੇ ਇਸ਼ੂ ਸੈਂਸਿਟਿਵ ਹੁੰਦੇ ਨੇ ਤੁਹਾਨੂੰ ਪਤਾ ਲੱਗ ਗਿਆ ਤੇ ਇਹਨਾਂ ਨੂੰ ਆਪਾਂ ਗੁੱਸੇ ਦੇ ਨਾਲ ਏਦਾਂ ਨਹੀਂ ਨਜਿੱਠ ਸਕਦੇ।
ਸੋ ਦੇ ਨੀਡ ਪੇਸ਼ੈਂਸ। ਇਹਨਾਂ ਨੂੰ ਸਾਂਭਣ ਦੇ ਲਈ ਸਾਨੂੰ ਸੰਭਾਲ ਕਰਨ ਦੇ ਲਈ ਸਹਿਨਸ਼ੀਲਤਾ ਦੀ ਲੋੜ ਹੈ, ਟੋਲਰੈਂਸ ਦੀ ਲੋੜ ਹੈ, ਸੂਝ ਸਮਝ ਦੀ ਲੋੜ ਹੈ, ਸਮਝਦਾਰੀ ਦੀ ਲੋੜ ਹੈ, ਇਨਸਾਈਟ, ਸੈਂਸਿਟਿਵਿਟੀ ਮਤਲਬ ਕੇਅਰ ਕਰਨ ਦੀ ਲੋੜ ਹੈ, ਪ੍ਰੋਪਰ ਨੌਲੇਜ ਹੋਣੀ ਚਾਹੀਦੀ ਹੈ ਟੌਪਿਕ ਬਾਰੇ, ਤੇ ਗੁੱਡ ਲੈਂਗੁਏਜ, ਭਾਸ਼ਾ ਵੀ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ। We should know the basic reason of the problem, ਪਹਿਲਾਂ ਸਮੱਸਿਆ ਦਾ ਕਾਰਨ ਕੀ ਹੈ ਉਹ ਪਤਾ ਹੋਣਾ ਚਾਹੀਦਾ ਹੈ, and we should listen each and every person carefully and respectfully, ਤੇ ਦੋਨੋਂ ਪੱਖ ਜਿਹੜੇ ਹੈਗੇ ਨੇ ਉਹਨਾਂ ਨੂੰ ਬੜੇ ਧਿਆਨ ਦੇ ਨਾਲ, ਤੇ ਆਪਾਂ ਕਹਿ ਸਕਦੇ ਹਾਂ ਸਾਨੂੰ ਬੜੀ ਸਮਝ ਦੇ ਨਾਲ ਉਹਨਾਂ ਨੂੰ ਸੁਣਨਾ ਚਾਹੀਦਾ ਹੈ। Carefully and respectfully with deep insight, ਸਮਝ ਦੇ ਨਾਲ, and common sense should take a solid decision keeping in mind the situation all around, ਤੇ ਫਿਰ ਆਪਣੀ ਸੋਚ ਸਮਝ ਦੇ ਨਾਲ ਉਹਨੂੰ solve ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। We should not impose a decision on someone, ਕਦੇ ਵੀ decision ਜਿਹੜਾ ਫੈਸਲਾ ਹੈ ਕਿਸੇ ਤੇ ਥੋਪਣਾ ਨਹੀਂ ਚਾਹੀਦਾ। We need to create such atmosphere each and every person understand and agree with the decision, ਸਾਨੂੰ ਅਜਿਹਾ ਵਾਤਾਵਰਣ ਕ੍ਰੀਏਟ ਕਰਨਾ ਚਾਹੀਦਾ ਜਦ ਆਪਾਂ ਪ੍ਰੋਬਲਮ ਸੋਲਵ ਕਰ ਰਹੇ ਤਾਂ ਕਿ ਹਰ ਕੋਈ ਉਸ ਪ੍ਰੋਬਲਮ ਦੇ ਸੋਲੂਸ਼ਨ ਨੂੰ ਸਮਝੇ ਤੇ ਉਹਦੇ ਤੇ ਅਗਰੀ ਕਰੇ। We should put ourselves in the situation in which someone else is facing the situation, ਆਪਣੇ ਆਪ ਨੂੰ ਉਹਨਾਂ ਦੀ ਥਾਂ ਤੇ ਰੱਖ ਕੇ ਦੇਖੋ ਨਾ, only then we can judge his or her problem situation, ਤਾਂ ਹੀ ਉਹਨਾਂ ਦੇ ਪ੍ਰੋਬਲਮ, ਉਹਨਾਂ ਦੇ ਦੁੱਖ ਦਰਦ ਤੁਸੀਂ ਸਮਝ ਸਕਦੇ ਹੋ ਜੇ ਆਪਣੇ ਆਪ ਨੂੰ ਉਹਨਾਂ ਦੀ ਥਾਂ ਤੇ ਰੱਖ ਕੇ ਦੇਖੋਗੇ, and offer the better solution for him or her, ਫਿਰ ਤੁਸੀਂ better solution offer ਕਰ ਸਕਦੇ ਹੋ, ਹੱਲ ਕੱਢ ਸਕਦੇ ਹੋ। Only and yes, these have sensitive issues should not be thrown open in the air and should not be exposed openly, we should keep them secretively, ਕਹਿਣ ਦਾ ਮਤਲਬ ਇਹ ਜਿਹੜੇ ਸੈਂਸਿਟਿਵ ਮੁੱਦੇ ਨੇ ਇਹਨਾਂ ਤੇ ਗੱਲਬਾਤ ਕਰਕੇ ਸੋਲੂਸ਼ਨ ਕੱਢ ਕੇ ਇਹਨਾਂ ਦੀ ਆਪਸ ਦੇ ਵਿੱਚ ਮਜ਼ਾਕ ਨਹੀਂ ਉਡਾਉਣਾ ਚਾਹੀਦਾ, ਹਰ ਕਿਸੇ ਨੂੰ ਨਹੀਂ ਦੱਸਣਾ ਚਾਹੀਦਾ ਵੀ ਆ ਅਸੀਂ ਜੀ ਆਪਾਂ ਕਰਤਾ, ਨਹੀਂ, ਇਹਨਾਂ ਨੂੰ ਧਿਆਨ ਨਾਲ ਢੱਕ ਕੇ ਉਹਨੂੰ ਬੰਦ ਕਰ ਦਿਓ ਉੱਥੇ ਜੇ ਸੋਲਵ ਹੋ ਗਿਆ, ਜ਼ਰੂਰੀ ਨਹੀਂ ਹੈ ਲੋਕਾਂ ਨੂੰ ਦੱਸਣਾ ਤੇ ਉਹਦਾ ਮਜ਼ਾਕ ਉਡਾਉਣਾ। Very good sir, we learned a lot. All the students were raising the message in common voice, ਤੇ ਗੱਲਾਂ ਸੁਣ ਕੇ ਸਾਰੇ ਬੱਚਿਆਂ ਨੇ ਕਿਹਾ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ, ਅਸੀਂ ਬਹੁਤ ਕੁਝ ਸਿੱਖਿਆ ਅੱਜ। We can get rid of many problems, ਅਸੀਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੁਣ ਹੱਲ ਕੱਢ ਸਕਦੇ ਹਾਂ, and can solve family problems, ਘਰ ਦੇ ਮੁੱਦੇ ਸੋਲਵ ਕਰ ਸਕਦੇ ਹਾਂ। Now we can help others to solve the problems also, ਤੇ ਹੁਣ ਸਾਨੂੰ ਇੰਨੀ ਸਮਝ ਲੱਗ ਗਈ ਹੈ ਵੀ ਕਿਵੇਂ ਹੱਲ ਕੱਢਣਾ ਹੈ ਤੇ ਦੂਜਿਆਂ ਦੀ ਪ੍ਰੋਬਲਮ ਸੋਲਵ ਕਰਨ ਦੇ ਲਈ ਵੀ ਅਸੀਂ ਯਤਨ ਕਰਾਂਗੇ ਸਹੀ ਤਰੀਕੇ ਨਾਲ। Right sir, the person who takes the right decision at right time should not feel regretted at any time, concluded the principal sir, ਫਿਰ ਪ੍ਰਿੰਸੀਪਲ ਸਰ ਨੇ ਅਖੀਰ ਦੇ ਵਿੱਚ ਕਿਹਾ ਕਿ ਜਿਹੜਾ ਬੰਦਾ ਸਹੀ ਡਿਸੀਜਨ ਲੈਂਦਾ ਹੈ, ਨਿਰਣੇ ਲੈਂਦਾ ਸਹੀ ਟਾਈਮ ਤੇ, ਉਹਨੂੰ ਫਿਰ ਉਸ ਤੋਂ ਬਾਅਦ ਰਿਗਰੈਟ ਨਹੀਂ ਕਰਨਾ ਚਾਹੀਦਾ ਵੀ ਆ ਮੈਂ ਕੀ ਕਰਤਾ, ਮੈਨੂੰ ਇਦਾਂ ਨਹੀਂ ਕਰਨਾ ਚਾਹੀਦਾ ਸੀ, ਇਦਾਂ ਹੋਣਾ ਚਾਹੀਦਾ ਸੀ, ਨਹੀਂ ਉਹ ਸੀ ਕਰਤਾ ਠੀਕ ਹੈ, ਪਰ ਤੁਸੀਂ ਆਪਣੀ ਸੋਚ ਸਮਝ ਦਿਮਾਗ ਲਾ ਕੇ ਕੀਤਾ ਉਹ ਜ਼ਿਆਦਾ ਜ਼ਰੂਰੀ ਹੈਗਾ, ਉਸ ਚੀਜ਼ ਦਾ ਤੁਸੀਂ ਧਿਆਨ ਜ਼ਰੂਰ ਰੱਖਣਾ ਹੈ। ਅੱਗੇ ਕੁਐਸਚਨ ਦਿੱਤਾ ਹੋਇਆ, what do you mean by sensitive issues? sensitive issues ਕੀ ਹੁੰਦੇ ਨੇ? sensitive issues refer to topics or problems that are delicate, ਮਤਲਬ ਜਿਹੜੇ ਤੁਹਾਨੂੰ ਦੇਖ ਕੇ ਸੋਚ ਸਮਝ ਕੇ ਸੋਲਵ ਕਰਨੇ ਚਾਹੀਦੇ ਨੇ, ਪਰਸਨਲ ਹੁੰਦੇ ਨੇ ਔਰ ਪੋਟੈਂਸ਼ੀਅਲੀ ਕੰਟਰੋਵਰਸ਼ੀਅਲ ਵੀ ਹੋ ਸਕਦੇ ਨੇ, ਮਤਲਬ ਕੰਟਰੋਵਰਸੀ ਬਣ ਸਕਦੀ ਹੈ ਜਿਨ੍ਹਾਂ ਤੇ। These issues often involve, ਉਹਨਾਂ ਵਿੱਚ ਇਮੋਸ਼ਨਸ ਹੁੰਦੇ ਨੇ, ਹੈ ਨਾ, ਇਹਨਾਂ ਵਿੱਚ ਭਾਵਨਾਵਾਂ ਜ਼ਿਆਦਾ ਹੁੰਦੀਆਂ ਨੇ, ਪਰਸਨਲ ਰਿਲੇਸ਼ਨਸ਼ਿਪ, ਨਿੱਜੀ ਰਿਸ਼ਤਿਆਂ ਬਾਰੇ ਹੁੰਦੇ ਨੇ, ਕਲਚਰ ਔਰ ਰਿਲੀਜੀਅਸ ਬਿਲੀਫ ਬਾਰੇ ਵੀ, ਸੱਭਿਆਚਾਰ ਜਾਂ ਧਾਰਮਿਕ ਵਿਸ਼ਵਾਸ ਬਾਰੇ ਹੋ ਸਕਦੇ ਨੇ, ਔਰ ਮੈਟਰਸ that require careful handling, ਜਾਂ ਉਹ ਵਾਲੇ ਮਸਲੇ ਜਾਂ ਮਾਮਲੇ ਹੁੰਦੇ ਨੇ ਸ਼ਾਮਲ ਜਿਨ੍ਹਾਂ ਵਿੱਚ ਤੁਹਾਨੂੰ ਸੋਚ ਸਮਝ ਆਪਣੀ ਲਾਣੀ ਪੈਂਦੀ ਹੈ, and consideration due to their impact on individuals or communities, ਇੰਨਾ ਦਿਮਾਗ ਲਾਣਾ ਪੈਂਦਾ ਵੀ ਜੇ ਗਲਤ ਫੈਸਲਾ ਲੈ ਲਿਆ ਤੇ ਇਹਦੇ ਅਸਰ ਜਿਹੜੇ ਨੇ ਉਹ ਠੀਕ ਨਹੀਂ ਹੋਣਗੇ। Examples from the text include, ਜਿਵੇਂ ਟੈਕਸਟ ਦੇ ਵਿੱਚ ਐਗਜ਼ਾਮਪਲ ਦਿੱਤੇ ਹੋਏ ਨੇ, ਡੋਮੈਸਟਿਕ ਪ੍ਰੋਬਲਮਸ, ਘਰੇਲੂ ਸਮੱਸਿਆਵਾਂ, ਪਰਸਨਲ ਕੌਨਫਲਿਕਟਸ, ਆਪਸੀ ਜਿਹੜੇ ਝਗੜੇ ਹੁੰਦੇ ਨੇ, ਸੋਸ਼ਲ ਬਿਹੇਵੀਅਰ, ਸਮਾਜ ਦੇ ਵਿੱਚ ਰਵੱਈਆ ਕੀ ਹੈ, ਕਿਸੇ ਨੂੰ ਤੰਗ ਕਰਨਾ, ਟੀਜ਼ ਕਰਨਾ, ਇਨਐਪਰੋਪ੍ਰੀਏਟ ਲੈਂਗੁਏਜ ਦਾ ਯੂਜ਼ ਕਰਨਾ, ਤੇ ਕਮਿਊਨਿਟੀ ਮਤਲਬ ਸੋਸਾਇਟੀ ਦੇ ਵਿੱਚ ਜਿਹੜੇ ਡਿਸਪਿਊਟ ਹੁੰਦੇ ਨੇ, ਝਗੜੇ ਹੁੰਦੇ ਨੇ। ਦੂਜਾ, which points did the school counselor suggest to solve the sensitive issues? ਜਿਹੜੇ ਕਾਉਂਸਲਰ ਨੇ ਉਹਨਾਂ ਨੇ ਬੱਚਿਆਂ ਨੂੰ ਕੀ ਸਮਝਾਇਆ ਵੀ ਜਿਹੜੇ ਸੈਂਸਿਟਿਵ ਇਸ਼ੂਜ਼ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਤੁਸੀਂ ਸੋਲਵ ਕਰਨਾ ਹੈ। ਪਹਿਲੀ ਗੱਲ, ਪੇਸ਼ੈਂਸ ਤੇ ਟੋਲਰੈਂਸ ਰੱਖਣੀ ਹੈ, ਕਹਿਣ ਦਾ ਮਤਲਬ ਧੀਰਜ ਤੇ ਸਹਿਨਸ਼ੀਲਤਾ ਰੱਖਣੀ ਬਹੁਤ ਜ਼ਰੂਰੀ ਹੈਗੀ ਹੈ।
दूजी इनसाइट ते सेंसिबिलिटी होनी चाहिए। कहने का मतलब थानू दिमाग लाना पएगा ते थानू उस चीज की समझ होनी जरूरी है कि रूट कॉज की है, प्रॉब्लम की किवें उभरी है वाली। ठीक है, प्रॉपर नॉलेज एंड लैंग्वेज की भी लोड़ है। अगे तुसी ये लिख सकते हो भी नॉलेज जेड़ा मसला है ਉਹਦਾ सही ज्ञान ते भाषा भी सही होनी चाहिए है। लिसनिंग केयरफुली ध्यान नाल सुनन दी भी लोड़ है। टेकिंग डिसीजंस थॉटफुली सोच समझ के फैसले लेने चाहिए हैं। ठीक है, दोनों पक्ष सुन के। क्रिएटिंग कंसेंसस मतलब जो भी तुसी फैसला ले रहे हो दोनों पक्षां नू मंजूर होना चाहिए। फिर एम्पैथी एंड अंडरस्टैंडिंग मतलब अपने आप को दूजे की थां ते रख के फिर फैसले लेने चाहिए ने। कॉन्फिडेंशियलिटी कहने का मतलब ये मसले बाहर नहीं आने चाहिए, जिथे खत्म किए ने उत्थे ही खत्म होने चाहिए। आगे एक्टिविटी है विच मैसेज डज सिंबॉलिकली सुजेस्ट द कॉन्सेप्ट ऑफ फिस्ट। मुट्ठी जेडी है की मैसेज सुजेस्ट करती है। देखो ਇਹਦੇ ਵਿੱਚ ਮੈਂ ਲਿਖਿਆ ਵੀ ਇਹ ਜਿਹੜਾ ਮੈਸੇਜ ਹੈ ਇੱਕ ਤਾਂ ਸਟਰੈਂਥ ਦਾ ਹੈ, ਮੁੱਠੀ ਜੇ ਇਕੱਠੀ ਹੈ, ਪਾਵਰ ਤੇ ਸੋਲੀਡੈਰਿਟੀ ਯਾਨੀ ਏਕਤਾ ਦਾ ਹੈ, ਤਾਕਤ ਸ਼ਕਤੀ ਦਾ। ਦੂਜਾ ਡਿਫਾਈਨਸ ਐਂਡ ਪ੍ਰੋਟੈਸਟ ਕਹਿਣ ਦਾ ਮਤਲਬ ਜੇ ਤੁਸੀਂ ਵਿਰੋਧ ਕਰਨਾ ਹੈ ਉਹਦੇ ਲਈ ਵੀ ਇਹ ਯੂਜ਼ ਕੀਤਾ ਜਾਂਦਾ ਹੈ। ਵਿਕਟਰੀ ਐਂਡ ਅਚੀਵਮੈਂਟ ਦੇ ਲਈ। ਠੀਕ ਹੈ, ਤੇ ਕਈ ਵਾਰ ਨਾ ਅੱਜਕੱਲ ਇੱਕ ਕਲੋਜ਼ਡ ਹੱਥ ਜਿਹੜਾ ਪਰ ਉਹਦੇ ਵਿੱਚ ਜਿਹੜਾ ਤੁਹਾਡਾ ਅੰਗੂਠਾ ਹੈ ਨਾ ਉਹ ਅੰਦਰ ਮੁੜਿਆ ਹੁੰਦਾ, ਫਿਰ ਫਿੰਗਰਸ ਫੋਲਡਡ ਹੁੰਦੀਆਂ ਨੇ। ਜੇ ਕੋਈ ਏਦਾਂ ਦਾ ਇਸ਼ਾਰਾ ਤੁਹਾਨੂੰ ਦੇ ਰਿਹਾ ਤਾਂ ਮਤਲਬ ਹੈ ਉਹ ਮਦਦ ਮੰਗ ਰਿਹਾ। ठीक है, पहला अंगूठा फोल्ड होंदा है। हुण जिवें इहदे विच अंगूठा जिहड़ा ओह बाहर है, पर जे अंगूठा अंदर होए या इदां होए मे बी ओह बंदा तुहाडे तो हेल्प मांग रहा। अगे प्लीज राइट डाउन 5 सेंसिटिव इशूज इन दीज 5 फिंगर्स। 5 सेंसिटिव इशूज इत्थे लिखने ने तुसी। जिवें मैं लिखिया रिलीजियस इशू हो सकदा है, धार्मिक मतभेद, लिंग्विस्टिक लैंग्वेज तो रिलेटेड इशू, फैमिली दे विच इशू, सोशल इशू, इशू ऑफ विमेन सिक्योरिटी, औरतां दी सिक्योरिटी वाले भी इशू हो सकते। ਹੁਣ कंक्लूजन की है, डिफिकल्ट सीरियस क्रिटिकल सेंसिटिव इशूज शुड नॉट बी हैंडल्ड एंड सॉल्वड इन अ हरी। ਜਿਹੜੇ ਸੈਂਸਿਟਿਵ ਇਸ਼ੂਜ਼ ਹੁੰਦੇ ਨੇ ਔਖੇ ਹੁੰਦੇ ਨੇ ਉਹਨਾਂ ਨੂੰ ਛੇਤੀ ਛੇਤੀ ਸੋਲਵ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। प्लीज टेक टाइम टू अंडरस्टैंड दैम एंड फाइंड द राइट सोल्यूशन। इन्हों टाइम लैके सोचो समझो फिर सोल्यूशन कड्डो इन्हां दा। Always take advice from a sensible person and with patience come to the right decision। हमेशा किसी समझदार व्यक्ति की सलाह लो ते फिर धीरज दे नाल इस चीज दे उत्ते फैसला जिहड़ा है वो सुना। ਤੇ ਇਸੀ ਅੱਜ ਦੀ ਕਲਾਸ ਇਸ ਚੈਪਟਰ ਤੇ ਬੁੱਕ ਦੇ ਬਾਕੀ ਦੇ ਜਿਹੜੇ ਪਾਰਟਸ ਹੈਗੇ ਨੇ ਆਲਰੇਡੀ ਮੈਂ ਪਲੇਲਿਸਟ ਦੇ ਵਿੱਚ ਅਪਲੋਡ ਕੀਤੇ ਹੋਏ ਨੇ, ਤੁਸੀਂ ਚੈੱਕ ਕਰ ਸਕਦੇ ਹੋ। ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ। ਫਿਰ ਮਿਲਾਂਗੇ, ਟਿਲ ਦੈਨ ਟੇਕ ਕੇਅਰ, ਬਾਏ ਬਾਏ।